देश विदेश टाइम्स का नवा अंदाज। देश विदेश टाइम्स कैनेडा, गल हक सच दी। यूएपीए ਦੇ ਬਾਰੇ ਦੱਸਣ ਦਾ ਪਰਪਸ ਮੇਰਾ ਹੈਗਾ ਹੈ ਕਿ यूएपीए ਇੱਕੋ ਲਾਅ ਆ ਜਿਹੜਾ ਬਣਿਆ ਸਹੀ ਪਰਪਸ ਲਈ ਆ, ਪਰ ਉਹਦੀ ਦੁਰਵਰਤੋਂ ਬੜੇ ਵਧੀਆ ਤਰੀਕੇ ਨਾਲ ਸਿਸਟਮ ਕਰਦਾ ਹੈ, ਜੋ ਸਿਸਟਮ ਹਮੇਸ਼ਾ ਸਾਡੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦਾ ਹੈ। ਕਿ ਪੰਜਾਬ ਦੇ ਜਿਨ੍ਹਾਂ ਨੂੰ ਟੈਰਰਿਸਟ ਕਿਹਾ ਗਿਆ, ਸਵਾਲੀਆ ਨਿਸ਼ਾਨ ਆ ਕਿ ਉਹ ਟੈਰਰਿਸਟ ਜੰਮਦੇ ਹੀ ਬਣ ਗਏ ਸੀਗੇ, ਜਾਂ ਕਿਤੇ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਜੰਮਦੇ ਟੈਰਰਿਸਟ ਬਣ ਗਏ ਸੀਗੇ। ਕੋਈ ਵੀ ਜੰਮਦਾ ਟੈਰਰਿਸਟ ਨਹੀਂ ਹੁੰਦਾ, ਉਹਨੂੰ ਸਿਸਟਮ ਫੋਰਸ ਕਰਦਾ ਹੈ। ਜਦੋਂ ਨੌਜਵਾਨਾਂ ਨੂੰ ਚੱਕ ਕੇ ਉਹਨਾਂ ਨੂੰ ਬਿਨਾਂ ਗੱਲ ਤੋਂ 3rd ਡਿਗਰੀ ਟੌਰਚਰ ਦਿੱਤਾ ਜਾਊਗਾ, ਉਹਨਾਂ ਤੇ ਝੂਠੇ ਮੁਕੱਦਮੇ ਪਾਏ ਜਾਣਗੇ ਪੈਸੇ ਜਾਂ ਲਾਖ ਡਾਟ ਦੀ ਖਾਤਰ, ਤਾਂ ਯੂਥ ਉਸ ਰਾਹ ਦੇ ਉੱਤੇ ਤੁਰ ਪੈਂਦਾ ਆ। ਲੱਗਿਆ यूएपीए ਹਰ ਉਸ ਤੇ ਲੱਗਿਆ, ਜਾਂ ਤਾਂ ਜਿਨ੍ਹਾਂ ਨੇ ਸੱਚੀ ਮੁੱਚੀ ਵੱਖਵਾਦ ਦੀ ਗੱਲ ਕੀਤੀ, ਜੋ ਸੱਚੀ ਮੁੱਚੀ ਟੈਰਰਿਸਟ ਐਕਟੀਵਿਟੀ ਕੀਤੀ, ਜਾਂ ਫਿਰ ਜਿਨ੍ਹਾਂ ਨੇ ਆਮ ਲੋਕਾਂ ਦੇ ਹੱਕ ਦੀ ਗੱਲ ਕੀਤੀ ਤੇ ਉਸ ਆਵਾਜ਼ ਨੂੰ ਦੱਬਣ ਦੀ ਖਾਤਰ ਇਹ ਚੀਜ਼ਾਂ ਲੱਗੀਆਂ। ਜਿਹੜੇ ਬਾਹਰ ਬੈਠੇ ਨੇ, ਉਹਨਾਂ ਨੂੰ ਮੇਰੇ ਤੋਂ ਪ੍ਰੋਬਲਮ ਵੀ ਹੋ ਜਾਂਦੀ ਹੈ ਕਿ ਸਿਮਰਨ ਇਹ ਚੀਜ਼ਾਂ ਬੋਲਦੀ ਆ, ਬਟ ਜਿਹੜੇ ਲੋਕ ਬਾਹਰ ਬੈਠੇ ਨੇ ਨਾ, ਉੱਥੇ ਬੈਠੇ ਨੇ, ਆਪਣੇ ਯੂਥ ਨੇ ਇੱਥੇ ਮਰਨੇ ਆ। ਜੇ ਐਡੇ ਹੀ ਹੈਗੇ ਨੇ ਨਾ ਲੜਨ ਵਾਲੇ, ਫਿਰ ਇੱਥੇ ਆ ਕੇ ਲੜੋ। ਮੈਂ ਆਪਣੇ ਯੂਥ ਨੂੰ ਇਹ ਕਹਿਣਾ ਚਾਹੁੰਦੀ ਹਾਂ, ਭਾਵੁਕ ਹੋਣਾ, ਸਹੀ ਚੀਜ਼ ਦੇ ਲਈ ਲੜਨਾ, ਜਿਵੇਂ ਕਿਸਾਨੀ ਘੋਲ ਆ, ਆਪਣੇ ਹੱਕਾਂ ਲਈ ਲੜਨਾ ਚੰਗੀ ਗੱਲ ਆ, ਪਰ ਬਿਨਾਂ ਗੱਲ ਤੋਂ, ਬਿਨਾਂ ਸੋਚੇ ਸਮਝੇ ਕਿਸੇ ਦੀ ਵੀ ਗੱਲ, ਜਿਹੜੇ ਬਾਹਰ ਬੈਠੇ ਨੇ ਤੁਹਾਨੂੰ ਬੋਲ ਦਿੰਦੇ ਆ, ਉਹਨਾਂ ਦੀਆਂ ਗੱਲਾਂ ਦੇ ਵਿੱਚ ਏਦਾਂ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਹੈਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਤੇ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ ਕਿ ਮੈਂ 7 ਵਜੇ ਦਾ ਟਾਈਮ ਦਿੱਤਾ ਸੀ ਤੇ ਮੈਂ ਅੱਧਾ ਘੰਟਾ ਲੇਟ ਹਾਂ, ਥੋੜਾ ਜਿਹਾ ਕੰਮ ਚੁਲਝੀ ਹੋਈ ਸੀ। ਹੁਣ ਵੀ ਪਹਿਲਾਂ ਤਾਂ ਮੈਨੂੰ ਸੀਗਾ ਕਿ ਚਲੋ ਅੱਜ ਦਾ ਪ੍ਰੋਗਰਾਮ ਮੈਂ ਇਹ ਕੈਂਸਲ ਕਰਕੇ ਜਾਂ ਪੋਸਟਪੋਨ ਕਰ ਦਿੰਦੀ ਹਾਂ, ਬਟ ਫਿਰ ਮੈਨੂੰ ਲੱਗਿਆ ਕਿ ਓਬਵੀਅਸਲੀ ਗੱਲ ਆ, ਇਸ ਕਾਨੂੰਨ ਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਰੀਜ਼ਨ ਇਹ ਨਹੀਂਗਾ ਕਿ ਇਹ ਕਾਨੂੰਨ ਬਹੁਤ ਮਾੜਾ ਆ, ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਰੀਜ਼ਨ ਇਹ ਆ ਕਿ ਇਸ ਕਾਨੂੰਨ ਦੀ, ਜਿਵੇਂ ਬਾਕੀ ਕਾਨੂੰਨਾਂ ਦੀ ਦੁਰਵਰਤੋਂ ਬਹੁਤ ਬੁਰੀ ਤਰ੍ਹਾਂ ਹੁੰਦੀ ਹੈ, ਉਸੇ ਤਰ੍ਹਾਂ ਇਸ ਕਾਨੂੰਨ ਦੀ ਵੀ ਦੁਰਵਰਤੋਂ ਆ ਜਿਹੜੀ ਬਹੁਤ ਉੱਚੇ ਲੈਵਲ ਤੇ ਹੁੰਦੀ ਹੈ, ਜਿਹਦੇ ਕਰਕੇ ਜਿਹੜੇ ਇਨੋਸੈਂਟ ਹੈਗੇ ਨੇ ਉਹ ਇਸ ਚੀਜ਼ 'ਚ ਫਸ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਸਾਰੀ ਤਬਾਹ ਹੋ ਜਾਂਦੀ ਆ। ਸੋ ਹਰੇਕ ਚੀਜ਼ ਨੂੰ ਲੈ ਕੇ ਅਲੱਗ-ਅਲੱਗ ਪਰਸੈਪਸ਼ਨ ਹੁੰਦੀ ਆ। ਸੋ ਬੀਇੰਗ ਅ ਲਾਇਰ, ਮੇਰੀ ਇਸ ਕਾਨੂੰਨ ਨੂੰ ਲੈ ਕੇ, ਜਾਂ ਅੱਗੇ ਵੀ ਜਿੱਥੇ ਵੀ ਕਿਸੇ ਕਾਨੂੰਨ ਦੀ ਦੁਰਵਰਤੋਂ ਹੁੰਦੀ ਆ, ਤਾਂ ਹਮੇਸ਼ਾ ਅਲੱਗ-ਅਲੱਗ ਪਰਸੈਪਸ਼ਨ ਹੁੰਦੀਆਂ ਨੇ। ਜਦੋਂ ਹੁਣ ਖਾਸ ਕਰਕੇ 2020 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ यूएपीए ਐਕਟ ਨੂੰ ਵੱਡੇ ਲੈਵਲ ਤੇ ਬਹੁਤ ਸਾਰੇ ਨੌਜਵਾਨਾਂ ਦੇ ਉੱਤੇ ਲਾਇਆ ਗਿਆ। ਈਵਨ ਉਹਨਾਂ ਕੋਲ, ਜਿਨ੍ਹਾਂ ਕੋਲ ਕੁਝ ਕਿਤਾਬਾਂ ਮਿਲੀਆਂ, ਜੋ ਸਟੱਡੀ ਮਟੀਰੀਅਲ ਮਿਲਿਆ, ਜੋ ਈਵਨ ਐਕਟ ਦੇ ਵਿੱਚ ਮੈਂਸ਼ਨ ਨਹੀਂ ਹੈਗਾ ਕਿ ਕੋਈ ਸਟੱਡੀ ਮਟੀਰੀਅਲ ਦੇ ਬੇਸਿਸ ਦੇ ਉੱਤੇ ਵੀ ਕਿਸੇ ਨੂੰ ਦੇ ਉੱਤੇ यूएपीए ਲੱਗ ਸਕਦਾ, ਐਕਟ ਦੇ ਵਿੱਚ ਕਿਤੇ ਵੀ ਮੈਂਸ਼ਨ ਨਹੀਂ ਹੈਗਾ। ਸੋ ਮੈਂ ਆਪਣੇ ਓਬਵੀਅਸਲੀ ਗੱਲ ਆ, ਸਿਲੇਬਸ ਦੇ ਵਿੱਚ ਨਹੀਂ ਪੜ੍ਹਿਆ ਸੀਗਾ। ਸੋ ਮੈਨੂੰ ਕਿਉਰਿਓਸਿਟੀ ਸੀਗੀ ਕਿ ਆਖਰ ਜਾਣਾ ਤਾਂ ਸਹੀ ਕਿ ਇਸ ਕਾਨੂੰਨ ਦੀ ਇਸ ਵੱਡੇ ਲੈਵਲ ਤੇ NIA ਵੱਲੋਂ ਦੁਰਵਰਤੋਂ ਹੁੰਦੀ ਆ, ਜਾਂ ਅਸਲ ਦੇ ਵਿੱਚ ਇਹਦੇ ਵਿੱਚ ਹੈ ਕੀ ਆ। ਸੋ ਮੈਨੂੰ ਜਿੰਨਾ ਪੜ੍ਹਿਆ ਤੇ ਮੈਨੂੰ ਇਹ ਚੀਜ਼ ਲੱਗੀ ਕਿ ਇਸ ਬਾਰੇ ਇੱਕ ਸੈਸ਼ਨ ਦੇ ਵਿੱਚ ਨਹੀਂ ਦੱਸ ਸਕਦੇ। ਸੋ ਇਹਨੂੰ ਅੱਡ-ਅੱਡ ਸੈਸ਼ਨ ਦੇ ਵਿੱਚ ਦੱਸਾਂਗੀ, ਤੇ ਜੋ ਲੋਕਾਂ ਦੀ ਇਸ ਚੀਜ਼ ਦੇ ਨਾਲ ਰਿਲੇਟਡ ਕੁਐਸਚਨਸ ਹੋਣਗੇ ਉਹਨਾਂ ਦੇ ਵੀ ਆਨਸਰ ਕੀਤੇ ਜਾਣਗੇ, ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਜੇ ਆਪਾਂ ਜਾਗਰੂਕਤਾ, ਮੇਰਾ ਪਰਪਸ ਸੋਸ਼ਲ ਮੀਡੀਆ ਦਾ ਇਹੀ ਆ ਕਿ ਜਿੰਨੀ ਵੀ ਜਾਗਰੂਕਤਾ ਹੋ ਸਕਦੀ, ਅਵੇਅਰਨੈਸ ਹੋ ਸਕਦੀ ਹੈ, ਉਹ ਫੈਲਾਈ ਜਾ ਸਕੇ। ਸੋ ਇਹ ਜਿਹੜਾ ਐਕਟ ਹੈਗਾ, ਇਹਦਾ ਨਾਮ ਹੈਗਾ यूएपीए ਅਨਲੌਫੁਲ ਕਿਉਂਕਿ ਦਿਖਾਈ ਦੇਣਾ ਉਹ ਇਹਦੇ ਵਿੱਚ ਉਲਟਾ ਦਿਖਦਾ ਆ, ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ। ਇਹ 1967 ਦੇ ਵਿੱਚ ਬਣਿਆ ਸੀਗਾ। ਉਹ ਟਾਡਾ ਪੋਡਾ ਬਾਅਦ ਵਿੱਚ ਸਾਰੀ ਇਹਨਾਂ ਚੀਜ਼ਾਂ ਦੇ ਵਿੱਚ ਐਡ ਕਰਤੀ। ਇਹਦੇ ਵਿੱਚ ਨਾ 2 ਕੈਟੇਗਰੀਜ਼ ਦਿੱਤੀਆਂ ਗਈਆਂ ਨੇ, ਠੀਕ ਹੈ। ਇੱਕ ਹੈਗੀ ਆ ਅਨਲੌਫੁਲ ਐਸੋਸੀਏਸ਼ਨ ਵਾਲੀ, ਇੱਕ ਹੈਗੀ ਆ ਟੈਰਰਿਸਟ ਐਸੋਸੀਏਸ਼ਨ ਵਾਲੀ। ਸੋ ਦੋਨੋਂ ਚੀਜ਼ਾਂ ਦੇ ਵਿੱਚ ਡਿਫਰੈਂਸਿਸ ਜਿਹੜੇ ਹੈਗੇ ਆ ਉਹ ਦਿੱਤੇ ਗਏ ਨੇ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਅਗਲੀ ਵਾਰ ਡਿਸਕਸ ਕਰਾਂਗੇ। ਮੇਰਾ ਇੱਕ ਮਕਸਦ ਹੈਗਾ ਆ ਕੁਛ ਕਿਸ ਚੀਜ਼ ਬਾਰੇ ਇਹ ਗੱਲ ਕਰਨ ਦਾ ਕਿ ਕੁਛ ਲੋਕ ਆਪਣੇ ਇਹ ਸੋਚਦੇ ਆ ਕਿ ਇਸ ਕਾਨੂੰਨ ਨੂੰ ਸਿਰਫ ਮਾਈਨੋਰਿਟੀਜ਼ ਨੂੰ ਟਾਰਗੇਟ ਕਰਨ ਲਈ ਉਹਨਾਂ ਦੇ ਉੱਤੇ ਲੱਗਦਾ ਆ, ਠੀਕ ਹੈ। ਇਹ ਚੀਜ਼
ਮੈਂ ਜਿੰਨਾ ਕੁ ਇੰਨੀ ਇੱਕ ਸਟੱਡੀ ਕੀਤੀ ਇਹ ਗਲਤ ਆ, ਬਟ ਹਾਂ ਕਿਉਂਕਿ ਇਹ ਜਿਹੜਾ ਕਾਨੂੰਨ ਆ ਇਹ ਬਣਾਇਆ ਹੀ ਉਸ ਪਰਪਸ ਲਈ ਗਿਆ ਸੀਗਾ ਜਦੋਂ ਭਾਰਤ ਦੇ ਵਿੱਚੋਂ ਵੱਖਵਾਦ ਮਤਲਬ ਜੋ ਇੰਟੀਗ੍ਰਿਟੀ ਇੱਕ ਕਰਦੇ ਹਨ ਕਿ ਭਾਰਤ ਇੱਕ ਸੋਵਰਨ ਆ ਤੇ ਇੱਕ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਦੀ ਯੂਨੀਅਨ ਆ, ਠੀਕ ਹੈ ਜੀ। ਤੇ ਉਹ ਜਦੋਂ ਅੱਡ-ਅੱਡ ਸੂਬਿਆਂ ਦੇ ਵਿੱਚੋਂ ਵੱਖਵਾਦ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਤਾਂ ਉਸ ਇੰਟੀਗ੍ਰਿਟੀ ਨੂੰ ਬਚਾਉਣ ਦੀ ਖਾਤਰ ਇਹ ਜਿਹੜਾ ਕਾਨੂੰਨ ਆ ਇਹ ਲਿਆਂਦਾ ਗਿਆ ਸੀਗਾ। ਸਾਨੂੰ ਸਾਰਿਆਂ ਨੂੰ ਆਰਟੀਕਲ 19 ਹੈਗਾ ਆ ਜਿਹੜਾ ਕਨਸਟੀਟਿਊਸ਼ਨ ਦਾ, ਉਹਦੇ ਵਿੱਚ ਸਾਨੂੰ ਫੰਡਾਮੈਂਟਲ ਰਾਈਟ ਮਿਲਿਆ ਹੋਇਆ ਆ ਫਰੀडम ਆਫ ਸਪੀਚ ਦਾ, ਠੀਕ ਹੈ ਜੀ। ਦੂਜੀ ਗੱਲ ਫਰੀडम ਆਫ ਸਪੀਚ ਦੇ ਨਾਲ ਇਹਦੇ ਵਿੱਚ ਹੈਗਾ ਆ ਐਸੋਸੀਏਸ਼ਨਸ ਬਣਾਉਣ ਦਾ, ਅਸੈਂਬਲੀਜ਼ ਕਰਨ ਦਾ, ਠੀਕ ਹੈ ਜੀ। ਨੋ ਇੰਗਲਿਸ਼ ਜੀ ਪੰਜਾਬੀ ਵੀਰੇ, ਮੈਂ ਪੰਜਾਬੀ ਦੇ ਵਿੱਚ ਹੀ ਬੋਲ ਰਹੀ ਹਾਂ, ਬਟ ਹੁਣ ਜਿਹੜੀਆਂ ਚੀਜ਼ਾਂ ਚਲੋ ਮੈਂ ਕੋਸ਼ਿਸ਼ ਕਰਾਂਗੀ ਹੋਰ ਚੰਗੀ ਤਰ੍ਹਾਂ ਪੰਜਾਬੀ ਬੋਲਣ ਦੀ, ਮਾਫ ਕਰਿਓ। ਸੋ ਇਹ ਤਿੰਨ ਚੀਜ਼ਾਂ ਦੀ ਗੱਲ ਕੀਤੀ ਆ। ਫਰੀडम ਆਫ ਸਪੀਚ ਕੀ ਹੁੰਦੀ ਹੈ ਕਿ ਸਾਡਾ ਬੋਲਣ ਦਾ ਅਧਿਕਾਰ ਆ। ਸਾਨੂੰ ਜਿਹੜਾ ਆਰਟੀਕਲ 19 ਦੇ ਵਿੱਚ ਕਨਸਟੀਟਿਊਸ਼ਨ ਸੰਵਿਧਾਨ ਵਿੱਚ ਜਿਹੜਾ ਸਾਨੂੰ ਬੋਲਣ ਦਾ ਆਪਣੀ ਜੋ ਸੋਚ ਆ ਵਿਚਾਰਧਾਰਾ ਉਹ ਰੱਖਣ ਦਾ, ਸਾਨੂੰ ਸਾਡੀਆਂ ਸੰਸਥਾਵਾਂ ਬਣਾਉਣ ਦਾ ਜਾਂ ਗੋਸ਼ਟੀਆਂ ਕਰਨ ਦਾ ਅਧਿਕਾਰ ਦਿੱਤਾ ਗਿਆ। ਸੋ ਉਸ ਅਧਿਕਾਰ ਦੇ ਉੱਤੇ ਪਰ ਕੁਛ ਕੁ ਪਾਬੰਦੀਆਂ ਪਹਿਲੇ ਦਿਨ ਤੋਂ ਹੀ ਲਗਾਈਆਂ ਗਈਆਂ ਸੀਗੀਆਂ ਜਦੋਂ ਉਹ ਆਰਟੀਕਲ 19 ਬਣਾਇਆ ਗਿਆ। ਉਸ ਆਰਟੀਕਲ 19 ਦੇ ਵਿੱਚ ਇਹ ਦਿੱਤਾ ਗਿਆ ਆ ਕਿ ਜੇ ਜਿਹੜੀ ਸੈਂਟਰ ਗਵਰਨਮੈਂਟ ਆ ਜਾਂ ਵੈਸੇ ਲੱਗਦਾ ਆ ਕਿ ਜਿਹੜੀ ਵੀ ਸਾਡੀ ਜਿਹੜਾ ਬੋਲਣ ਦਾ ਅਧਿਕਾਰ ਹੈਗਾ ਜਾਂ ਉਹ ਸਾਰੀਆਂ ਚੀਜ਼ਾਂ ਅਸੀਂ ਆਲੋਚਨਾ ਕਰ ਸਕਦੇ ਹਾਂ ਸਰਕਾਰ ਦੀਆਂ ਨੀਤੀਆਂ ਦੀ, ਠੀਕ ਹੈ ਜੀ। ਅਸੀਂ ਸਮਾਜਿਕ ਬੁਰਾਈਆਂ ਵਿਰੁੱਧ ਬੋਲ ਸਕਦੇ ਹਾਂ, ਅਸੀਂ ਜਿੱਥੇ ਗਲਤ ਹੁੰਦਾ ਉਹਦੇ ਵਿਰੁੱਧ ਬੋਲ ਸਕਦੇ ਹਾਂ। ਪਰ ਉਹਦੇ ਵਿੱਚ ਕੁਛ ਇਹ ਚੀਜ਼ਾਂ ਸੀਗੀਆਂ, ਸਾਨੂੰ ਬੋਲਣ ਲੱਗੇ ਇਹ ਦੇਖਣਾ ਪਵੇਗਾ ਕਿ ਸਾਡੀ ਕੋਈ ਵੀ ਗੱਲ ਦੇਸ਼ ਦੀ ਅਖੰਡਤਾ ਨੂੰ ਭੰਗ ਨਾ ਕਰੇ, ਮਤਲਬ ਜੋ ਉਹਦੇ ਵਿੱਚ ਦਿੱਤਾ ਹੋਇਆ ਸੀ। ਲੋਕ ਆਪਣੇ ਹੱਕ ਦੀ ਗੱਲ ਕਰਦੇ ਨੇ। ਹੁਣ ਓਬਵੀਅਸਲੀ ਗੱਲ ਹੈ ਇਹਦੀ ਹਿਸਟਰੀ ਕਿੱਥੋਂ ਚੱਲਦੀ ਹੈ। ਚਲੋ ਜੇ ਆਪਾਂ ਗੱਲ ਕਰੀਏ ਤਾਮਿਲਨਾਡੂ ਵਾਲੇ ਏਰੀਏ ਚੋਂ ਉਹਨਾਂ ਦੀ ਅਲੱਗ ਜਿਹੜੇ ਜਿੰਨੇ ਵੀ ਦਰਾਵਿਡਨ ਕੰਟਰੀ ਸਟੇਟਸ ਹੈਗੀਆਂ ਨੇ ਉਹਨਾਂ ਨੇ ਆਪਦੀ ਮੰਗ ਕਰਨੀ ਸ਼ੁਰੂ ਕਰਤੀ। ਚਾਹੇ ਉਹ ਤਾਮਿਲਨਾਡੂ ਵਾਲੇ ਤਾਮਿਲਨਾਡੂ 'ਚ ਕਾਫੀ ਚੱਲੀ ਹੈ ਨਾ, ਮਰਾਠਿਆਂ ਦੀ ਅੱਡ ਆ, ਆਪਣੇ ਕੰਨੜਿਆਂ ਦੀ ਅੱਡ ਆ, ਕੇਰਲ ਵਾਲਿਆਂ ਦੀ ਅੱਡ ਆ, ਉਹ ਮਲਿਆਲਮ ਭਾਸ਼ਾ। ਸੋ ਉਹਨਾਂ ਦੀ ਭਾਸ਼ਾ ਦੇ ਆਧਾਰ ਦੇ ਉੱਤੇ ਉਹ ਆਪਣੀ ਅੱਡ ਆਇਡੈਂਟੀਟੀ ਮੇਨਟੇਨ ਕਰਕੇ ਰੱਖਦੇ ਆ। ਸਾਡੀ ਪੰਜਾਬੀ ਸੂਬੇ ਦੀ ਮੰਗ ਸੀਗੀ, ਫਿਰ ਨਾਰਥ ਈਸਟ ਦੇ ਵਿੱਚ। ਸੋ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਭਾਰਤ ਇੱਕ ਕੌਮ ਨਹੀਂ ਹੈਗਾ, ਇਹ ਬਹੁਤ ਸਾਰੀਆਂ ਕੌਮਾਂ ਦਾ, ਠੀਕ ਹੈ ਜੀ। ਸੋ ਉਹ ਸਾਰੀਆਂ ਜਿਹੜੀਆਂ ਗੱਠਜੋੜ ਆ ਉਹਨੂੰ ਏਕਤਾ ਦੀ ਲੜੀ ਦੇ ਵਿੱਚ ਪਰੋਣ, ਤੇ ਜੇ ਕੋਈ ਇਸ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਜਾਂ ਵੱਖਵਾਦ ਦੀ ਗੱਲ ਕਰਦਾ ਆ ਉਹਦੇ ਲਈ ਇਹ ਬਣਾਇਆ ਗਿਆ ਕਾਨੂੰਨ। ਪਰ ਜਦੋਂ ਲੋਕਾਂ ਨੇ ਆਪਣੇ ਹੱਕ ਮੰਗਣ ਦੀ ਗੱਲ ਕੀਤੀ, ਜਦੋਂ ਲੋਕਾਂ ਨੇ ਆਪਣੇ ਸਟੇਟ ਦੇ ਲਈ ਆਪਣੇ ਆਮ ਅਧਿਕਾਰ, ਚਾਹੇ ਜਿਵੇਂ ਪੰਜਾਬੀ ਸੂਬੇ ਦੀ ਹੋਵੇ, ਠੀਕ ਹੈ, ਜਾਂ ਆਪਣੇ ਧਰਮ ਦੀ ਗੱਲ ਹੋਵੇ ਜਾਂ ਉਹਨਾਂ ਦੀ ਕੀਤੀ, ਉਹਨਾਂ ਮੰਗਾਂ ਨੂੰ ਵੀ ਇਹਨਾਂ ਨੂੰ ਐਕਸਟ੍ਰੀਮਿਸਟ ਮੰਨ ਕੇ ਗੈਰ ਕਾਨੂੰਨੀ ਘੋਸ਼ਿਤ ਕਰਨਾ ਸ਼ੁਰੂ ਹੋ ਗਿਆ। ਸੋ ਜਿੰਨੀਆਂ ਵੀ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਰਹੀਆਂ ਨੇ ਉਹ ਆਪਣਾ ਕੋਈ ਨਾ ਕੋਈ ਫਾਇਦਾ ਲੈਣ ਦੇ ਲਈ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਉਹਨਾਂ ਦੇ ਵਿੱਚ ਡਰ ਪੈਦਾ ਕਰਨ ਦੇ ਲਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਲਿਆ ਦਿੰਦੀਆਂ ਨੇ ਜੋ ਹੁੰਦਾ ਆ। ਉਸੇ ਤਰ੍ਹਾਂ ਇਸ ਕਾਨੂੰਨ ਨੂੰ ਬਣਾਇਆ ਗਿਆ ਸੀਗਾ ਗਲਤ ਜਿਹੜੇ ਅਨਸਰ ਹੋ ਗਏ ਉਹਨਾਂ ਤੇ ਕਾਬੂ ਪਾਉਣ ਲਈ, ਪਰ ਇਸ ਚੀਜ਼ ਦੀ ਦੁਰਵਰਤੋਂ ਜ਼ਿਆਦਾ ਹੋਣ ਲੱਗ ਗਈ, ਠੀਕ ਹੈ। ਮੈਂ ਸਿਰਫ ਆਪਣੇ ਆਪ ਨੂੰ ਇਨਸਾਨ ਸਮਝਦੀ ਹਾਂ ਤੇ ਮੈਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹਾਂ। ਮੈਂ ਕਿਸੇ ਵੀ ਧਰਮ ਜਾਤ ਜਾਂ ਕਿਸੇ ਨੂੰ ਵੀ ਸਪੋਰਟ ਨਹੀਂ ਕਰਦੀ, ਠੀਕ ਆ। ਮੈਂ ਪੰਜਾਬੀ ਹਾਂ, ਮੈਂ ਪੰਜਾਬੀ ਹੋਣ ਲਈ ਤੇ ਪੰਜਾਬ ਦੀ ਗੱਲ ਕਰਦੀ ਹਾਂ, ਪੰਜਾਬ ਦੇ ਹੱਕ ਦੀ ਗੱਲ ਕਰਦੀ ਹਾਂ, ਕਿਉਂਕਿ ਉਹ ਗੱਲ ਕਰਨਾ ਮੇਰਾ ਫਰਜ਼ ਆ। ਪਰ ਮੈਂ ਕਦੇ ਵੀ ਵੱਖ ਹੋਣ ਦੀ ਗੱਲ ਨਹੀਂ ਕਰਦੀ ਹੈਗੀ। ਉਹ ਮੇਰੀ ਸੋਚ ਆ ਕਿ ਮੈਂ ਭਾਰਤ ਦੇ ਨਾਲ ਰਹਿਣਾ ਆ, ਭਾਰਤ ਦੇ ਨਾਲ ਰਹਿ ਕੇ ਇਸ ਵਿੱਚ ਵਧੀਆ ਸਿਸਟਮ ਲਿਆਉਣਾ ਆ, ਜਾਂ ਫਿਰ ਮੈਂ ਕੀ ਚਾਹੁੰਦੀ ਹਾਂ, ਠੀਕ ਹੈ ਨਾ, ਉਹ ਮੇਰੀ ਚੁਆਇਸ ਆ। ਸੋ ਇਹ ਸਾਡੀ ਆਪਣੀ ਚੁਆਇਸ ਆ, ਸਾਡੇ ਤੇ ਕੋਈ ਆਪਣੀ ਚੁਆਇਸ ਫੋਰਸ ਨਹੀਂ ਕਰ ਸਕਦਾ।
ਸੋ ਇਹ ਕਾਨੂੰਨ ਲਿਆਂਦਾ ਗਿਆ। ਇਹ ਪੁਰਾਣੀਆਂ ਹੀ ਚੀਜ਼ਾਂ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਕਿ ਆਰਟੀਕਲ 19 ਹੈਗਾ ਆ, ਉਹਦੇ ਤੇ ਜਿਹੜੀਆਂ ਪਹਿਲਾਂ ਹੀ ਪਾਬੰਦੀਆਂ ਦਿੱਤੀਆਂ ਨੇ ਉਹਨਾਂ ਨੂੰ ਲਿਖਤੀ ਰੂਪ, ਉਹ ਲਿਖਤੀ ਰੂਪ ਵੀ ਕਿਵੇਂ, ਬਾਅਦ ਵਿੱਚ ਉਹ ਯੂਐਨਓ ਦਾ ਪ੍ਰੈਸ਼ਰ ਪੈਂਦਾ ਆ, ਹੌਲੀ ਹੌਲੀ ਯੂਐਨਓ ਦੇ ਵਿੱਚ ਇੱਕ ਮਤਾ ਪਾਸ ਕੀਤਾ ਜਾਂਦਾ ਸਾਰੀਆਂ ਕੰਟਰੀ, ਪਰ ਆਪਾਂ ਨੇ ਪਹਿਲਾਂ ਹੀ ਉਹਨੂੰ ਅਪਣਾ ਲਿਆ ਸੀਗਾ। ਤੇ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਸੋ ਕਾਲਡ ਟੈਰਰਿਜ਼ਮ ਕਿਹਾ ਜਾਂਦਾ ਆ, ਉਹਨੂੰ ਉਹਦੇ ਨਾਲ ਲੜਨ ਦੀ ਖਾਤਰ। ਪਰ ਇਸ ਦਾ ਦੁਰਵਰਤੋਂ ਕਿਵੇਂ ਹੋਈ ਕਿ ਜਿਵੇਂ ਜਿਵੇਂ ਜਦੋਂ ਇੱਕ ਤਾਂ ਹੁੰਦਾ ਕਿ ਵਾਕਈ ਕੁਝ ਗਲਤ ਹੁੰਦਾ, ਪਰ ਫਿਰ ਕੀ ਹੁੰਦਾ ਆ, ਜੋ ਸਿਸਟਮ ਦੇ ਵਿੱਚ ਚੱਲਦਾ, ਇਹ ਸਿਸਟਮ ਜਾਣ ਬੁੱਝ ਕੇ ਉਹ ਚੀਜ਼ਾਂ ਚਲਾਉਂਦਾ ਆ। ਉਹ ਕੀ ਕਰਦੇ ਆ ਕਿ ਬੇਕਸੂਰਾਂ ਨੂੰ ਉਸ ਚੀਜ਼ ਦੇ ਵਿੱਚ ਫਸਾਇਆ ਜਾਂਦਾ। ਕੋਈ ਲਾਗ ਡਾਟ ਕੱਢਣ ਲਈ ਕਰ ਦਿੰਦਾ ਆ, ਕੋਈ ਪੈਸੇ ਖਾਤਰ ਕਰ ਦਿੰਦਾ ਆ, ਕੋਈ ਕਿਸੇ ਵੀ ਤਰੀਕੇ ਨਾਲ ਕੁਛ ਨੂੰ ਗੁੰਮਰਾਹ ਕਰਕੇ ਕਰ ਦਿੰਦਾ ਹੈ। ਤੇ ਜਦੋਂ ਉਹਨਾਂ ਦੇ ਨਾਲ ਬਿਨਾਂ ਗੱਲ ਤੋਂ ਕਿਸੇ ਦੇ ਉੱਤੇ ਵੀ ਝੂਠੇ ਪਰਚੇ ਪੈਣਗੇ, ਜਦੋਂ ਵੀ ਕਿਸੇ ਦੇ ਉੱਤੇ ਝੂਠੇ ਪਰਚੇ ਪੈਣਗੇ ਤੇ ਆਵਾਜ਼ ਤਾਂ ਉੱਠੇਗੀ। ਪਹਿਲਾਂ ਜੇ ਆਪਾਂ 84 ਤੋਂ ਪਹਿਲਾਂ ਦਾ ਟਾਈਮ ਦੇਖੀਏ, ਮੈਂ ਦੇਖਿਆ ਕਿ ਇਹਦੇ ਜਿਹੜਾ ਸਕੈਡਿਊਲ ਬਣਨਾ, ਪੰਜਾਬ ਦੀਆਂ ਹੀ ਸੀਗੀਆਂ ਸੰਸਥਾਵਾਂ ਜਿਨ੍ਹਾਂ ਨੂੰ ਇਹਦੇ ਵਿੱਚ ਉਹ ਕੀਤਾ ਗਿਆ, ਸਭ ਤੋਂ ਪਹਿਲਾਂ ਬੈਨ ਕੀਤਾ ਗਿਆ ਟੈਰਰਿਸਟ ਆਰਗੇਨਾਈਜੇਸ਼ਨ ਘੋਸ਼ਿਤ ਕਰਕੇ। ਤੇ ਉਹਦੇ ਰੀਜ਼ਨ ਸੀਗੇ। ਦੂਜੀ ਗੱਲ ਇਹ ਆ ਕਿ ਪੰਜਾਬ, ਪਹਿਲੀ ਗੱਲ ਮਤਲਬ ਹੈਰਾਨੀ ਦੀ ਗੱਲ ਇਹ ਆ ਕਿ ਪੰਜਾਬ ਦੇ ਜਿਨ੍ਹਾਂ ਨੂੰ ਟੈਰਰਿਸਟ ਕਿਹਾ ਗਿਆ, ਸਵਾਲੀਆ ਨਿਸ਼ਾਨ ਆ ਕਿ ਉਹ ਟੈਰਰਿਸਟ ਜੰਮਦੇ ਹੀ ਬਣ ਗਏ ਸੀਗੇ, ਜਾਂ ਕਿਤੇ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਜੰਮਦੇ ਟੈਰਰਿਸਟ ਬਣ ਗਏ ਸੀਗੇ। ਕੋਈ ਵੀ ਜੰਮਦਾ ਟੈਰਰਿਸਟ ਨਹੀਂ ਹੁੰਦਾ, ਉਹਨੂੰ ਸਿਸਟਮ ਫੋਰਸ ਕਰਦਾ ਆ। ਜਦੋਂ ਨੌਜਵਾਨਾਂ ਨੂੰ ਚੱਕ ਕੇ ਉਹਨਾਂ ਨੂੰ ਬਿਨਾਂ ਗੱਲ ਤੋਂ 3rd ਡਿਗਰੀ ਟੌਰਚਰ ਦਿੱਤਾ ਜਾਊਗਾ, ਉਹਨਾਂ ਤੇ ਝੂਠੇ ਮੁਕੱਦਮੇ ਪਾਏ ਜਾਣਗੇ ਪੈਸੇ ਜਾਂ ਲਾਖ ਡਾਟ ਦੀ ਖਾਤਰ, ਤਾਂ ਯੂਥ ਉਸ ਰਾਹ ਦੇ ਉੱਤੇ ਤੁਰ ਪੈਂਦਾ ਆ। ਸੇਮ ਚੀਜ਼ ਹੁਣ UAPA ਦੇ ਨਾਂ ਦੇ ਉੱਤੇ ਹੋ ਰਹੀ ਆ। ਹੁਣ UAPA ਦੇ ਨਾਂ ਦੇ ਉੱਤੇ ਇੱਕ ਗੱਲ ਹੋਰ, ਇਹ ਸਿਰਫ ਪੰਜਾਬੀਆਂ ਨਾਲ ਨਹੀਂ ਹੁੰਦਾ, ਨਾਰਥ ਈਸਟ 'ਚ ਵੀ ਹੋ ਰਿਹਾ, ਇਹ ਹਿੰਦੂ ਧਰਮ ਦੇ ਲੋਕਾਂ ਦੇ ਉੱਤੇ ਵੀ ਹੁੰਦਾ ਆ, ਠੀਕ ਆ, ਇਹ ਮੁਸਲਮਾਨਾਂ ਤੇ ਵੀ ਹੁੰਦਾ ਆ। ਇਹ ਹਰ ਉਸ ਆਵਾਜ਼ ਦੇ ਉੱਤੇ ਹੁੰਦਾ ਆ ਜਿਹੜੀ ਆਵਾਜ਼ ਲੋਕਾਂ ਦੀ ਹੱਕ ਦੀ ਗੱਲ ਕਰੂਗੀ, ਜਾਂ ਫਿਰ ਜਿਹੜੀ ਅਸਲ ਦੇ ਵਿੱਚ ਦੇਸ਼ ਦੀ ਇੰਟੈਗ੍ਰਿਟੀ ਤੇ ਸੋਵਰੇਨਿਟੀ ਦੇ ਲਈ ਖਤਰਾ ਆ। ਸੋ ਇਹ ਚੀਜ਼ਾਂ ਸਮਝਣ ਦੀ ਲੋੜ ਆ। ਦੂਜੀ ਗੱਲ, ਜਿੰਨੀ ਕੁ ਗੱਲ ਅੱਜ ਕਰਨੀ ਆ, ਦੂਜੀ ਗੱਲ ਇਹ ਆ ਕਿ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਸਿੱਧਾ ਟੈਰਰਿਸਟ ਜਾਂ ਅੱਤਵਾਦੀ ਨਹੀਂ ਬੋਲ ਦਿੰਦੇ। ਇਹਦੇ ਵਿੱਚ ਦੋ ਚੀਜ਼ਾਂ ਨੇ, ਦੋਨਾਂ ਚੀਜ਼ਾਂ ਦੇ ਵਿੱਚ ਡਿਫਰੈਂਸਿਸ ਆ। ਇੱਕ ਹੈਗਾ ਕਿ ਅਨਲੌਫੁਲ ਐਸੋਸੀਏਸ਼ਨ ਆ, ਇੱਕ ਹੈ ਟੈਰਰਿਸਟ ਐਸੋਸੀਏਸ਼ਨਸ ਜਾਂ ਟੈਰਰਿਸਟ ਗੈਂਗ। ਉਹ ਦੋਨਾਂ ਦੇ ਵਿੱਚ ਫਰਕ ਆ, ਦੋਨਾਂ ਦੀ ਸਜ਼ਾ ਦੇ ਵਿੱਚ ਫਰਕ ਆ। ਜਿਹੜੀਆਂ ਅਨਲੌਫੁਲ ਐਸੋਸੀਏਸ਼ਨ ਆ ਜਾਂ ਕੋਈ ਐਕਟੀਵਿਟੀ ਆ, ਉਹਨੂੰ ਕਿਵੇਂ ਕਿਹਾ ਜਾਂਦਾ, ਗੈਰ ਕਾਨੂੰਨੀ। ਉਹ ਕੀ ਆ ਕਿ ਜਦੋਂ ਲੱਗਦਾ ਆ ਕਿ ਕੋਈ ਵੀ ਇਹੋ ਜਿਹੀ ਸੰਸਥਾ ਆ, ਜਿਵੇਂ ਜਦੋਂ ਬਾਬਰੀ ਮਸਜਿਦ ਦਾ ਕੇਸ ਹੋਇਆ ਤਾਂ ਬਜਰੰਗ ਦਲ ਜਿਹੜਾ ਸੀਗਾ ਉਹਨੂੰ ਸਰਕਾਰੀ ਗਜਟ ਦੇ ਵਿੱਚ ਨੋਟੀਫਿਕੇਸ਼ਨ ਕਰਕੇ ਤੇ ਉਹਨੂੰ 1 ਸਾਲ ਲਈ ਬੈਨ ਕਰ ਦਿੱਤਾ ਗਿਆ ਸੀਗਾ, ਉਹਨੂੰ ਗੈਰ ਕਾਨੂੰਨੀ ਕੋਸ਼ਿਸ਼ ਕਰ ਦਿੱਤਾ ਗਿਆ ਸੀ। ਇਸ ਕਾਨੂੰਨ ਦੇ ਅੰਦਰ ਉਹਦਾ ਟਾਈਮ ਹੁੰਦਾ ਵੀ ਉਹ ਕਦੇ ਵੀ ਰਿਵੋਕ ਕੀਤੀ ਜਾ ਸਕਦੀ ਆ, ਠੀਕ ਹੈ, ਜਿਵੇਂ ਹੁਣ 6 ਫॉर ਜਸਟਿਸ ਨੂੰ ਕੀਤਾ ਗਿਆ। ਟੈਰਰਿਸਟ ਆਰਗੇਨਾਈਜੇਸ਼ਨ ਉਹਨਾਂ ਨੂੰ ਮੰਨਿਆ ਜਾਂਦਾ ਆ ਜਿਨ੍ਹਾਂ ਦੇ ਵਿੱਚ ਜੇ ਸਟੇਟ ਅਗੇਂਸਟ ਇਲੀਗਲ ਜਿਹੜਾ ਹੈਗਾ ਆ ਉਹ ਮਾਸ ਡਿਸਟਰਕਸ਼ਨ ਦੀਆਂ ਵੈਪਨਸ ਰੱਖਦੇ ਨੇ, ਜਾਂ ਇਲੀਗਲ ਕੋਈ ਵੀ ਬਰੂਦ, ਗੋਲਾ, ਮਤਲਬ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹ ਰੱਖੀਆਂ ਜਾਂਦੀਆਂ ਨੇ, ਜਿਹਦੇ ਨਾਲ ਵੇਜ ਵਾਰ ਦਾ ਆਪਾਂ ਨੂੰ ਹੁੰਦੀ ਆ, ਜਾਂ ਜਿਹਦੇ ਕਰਕੇ ਆਮ ਪਬਲਿਕ ਦਾ ਨੁਕਸਾਨ ਹੁੰਦਾ, ਜਾਂ ਜਿਹੜੀਆਂ ਵੀ ਉਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਠੀਕ ਹੈ ਜੀ। ਤੇ ਉਹ ਟੈਰਰਿਸਟ ਜਿਹੜੀਆਂ ਹੈਗੀਆਂ ਆਰਗੇਨਾਈਜੇਸ਼ਨ ਕਹਿ ਕੇ ਉਹਨਾਂ ਦੇ ਉੱਤੇ ਇਹ ਕੀਤਾ ਜਾਂਦਾ। ਹੁਣ ਜੇ ਡੀਪਲੀ ਦੇਖੀਏ ਇਸ ਚੀਜ਼ ਤੇ ਬਹੁਤ ਚੰਗੀ ਤਰ੍ਹਾਂ ਮਤਲਬ ਰਿਸਰਚ ਕਰਕੇ ਬੋਲਾਂਗੇ, ਏਦਾਂ ਨਹੀਂ ਗੱਲ ਕਰਨੀ। ਮੇਰਾ ਅੱਜ ਦਾ ਪਰਪਸ ਇਹ ਸੀ ਕਿ ਇਹ ਦੋ ਚੀਜ਼ਾਂ, ਕਾਨੂੰਨ ਨੂੰ ਪੂਰਾ ਪੜ੍ਹਿਆ, ਕਾਨੂੰਨ ਦੇ ਵਿੱਚ ਐਸ ਸੱਚ ਪ੍ਰੋਬਲਮ ਨਹੀਂ ਹੈਗੀ, ਪਰ ਉਹੀ ਗੱਲ ਹੈ ਨਾ, ਹਰ ਕਾਨੂੰਨ ਦੀ ਦੁਰਵਰਤੋਂ ਹੁੰਦੀ ਆ, ਹਰ ਕਾਨੂੰਨ ਦੀ ਦੁਰਵਰਤੋਂ ਮਾਰੀ ਆ। ਹੁਣ ਜੇ ਆਪਾਂ ਦੇਖੀਏ SC ST ਐਕਟ ਆ, ਉਹਦੇ ਵਿੱਚ ਵੀ ਬੇਲ ਨਹੀਂ ਹੁੰਦੀ ਹੈਗੀ, ਠੀਕ ਆ। 376 ਆ, ਉਹਦਾ ਵੀ ਮਿਸਯੂਜ਼ ਬਹੁਤ ਹੁੰਦਾ, ਉਹਦੀ ਵੀ ਬੇਲ ਨਹੀਂ ਹੁੰਦੀ ਹੈਗੀ। ਕਈ ਵਾਰ ਲੋਕਾਂ ਤੇ 307 ਲੱਗ ਜਾਂਦੀ ਆ ਬਿਨਾਂ ਗੱਲ ਤੋਂ, ਉਹਨਾਂ ਦੀ ਵੀ ਬੇਲ ਨਹੀਂ ਹੁੰਦੀ, ਠੀਕ ਹੈ ਜੀ। ਦੂਜੀ ਗੱਲ ਹੈਗੀ ਆ ਫਿਰ ਇਹ UAPA, ਇਹਦੇ ਵਿੱਚ ਵੀ ਬੇਲ ਜਿਵੇਂ ਹੈਗੀ ਆ ਨਹੀਂ ਹੁੰਦੀ। ਪਰ ਜਦੋਂ ਕਿਸੇ ਨੂੰ, ਜਿਵੇਂ ਬਜਰੰਗ ਦਲ ਆ, ਉਹਨੂੰ ਗੈਰ ਕਾਨੂੰਨੀ ਘੋਸ਼ਿਤ ਕਰਤਾ, ਜੇ ਉਹਦੇ ਮੈਂਬਰ ਫਿਰ ਉਹਦੇ ਮੈਂਬਰ ਰਹਿੰਦੇ ਤਾਂ ਉਹਨਾਂ ਨੂੰ
ਮਤਲਬ ਉਸ ਚੀਜ਼ ਦੇ ਵਿੱਚ ਅਰੈਸਟ ਕਰਨਾ, ਕਿਉਂਕਿ ਇਹ ਸਿੱਧਾ ਨਹੀਂ ਹੁੰਦਾ ਹੈਗਾ ਕਿ ਕਿਸੇ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਤਾ ਤਾਂ ਸਿੱਧਾ ਹੀ ਹੋ ਜਾਊਗਾ। ਸੋ ਇਹਦਾ ਪ੍ਰੋਸੀਜਰ ਹੈ, ਇਹਨਾਂ ਨੂੰ ਆਪਾਂ ਅਗਲੀ ਗੱਲ ਕਰਾਂਗੇ। ਦੂਜੀ ਗੱਲ, ਜਿਹੜੇ ਇਹਦੇ ਵਿੱਚ ਬਾਰ-ਬਾਰ ਕਮੈਂਟ ਕਰਦੇ ਆ ਖਾਲਿਸਤਾਨ ਦੀ ਲੜਾਈ, ਖਾਲਿਸਤਾਨ ਦੀ ਲੜਾਈ, ਪਹਿਲੀ ਗੱਲ ਹੈ ਜੀ ਮੈਂ ਖਾਲਿਸਤਾਨ ਦੀ ਸਪੋਰਟਰ ਨਹੀਂ ਹੈਗੀ, ਠੀਕ ਹੈ ਜੀ। ਦੂਜੀ ਗੱਲ, ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹਾਂ, ਮੈਂ ਪੰਜਾਬ ਆ, ਪਰ ਮੈਂ ਕਦੇ ਵੀ ਇਹ ਗੱਲ ਨਹੀਂ ਕਰਦੀ ਹੈਗੀ ਕਿ ਮੈਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਯਕੀਨ ਨਹੀਂ ਹੈਗਾ। ਮੈਨੂੰ ਸੰਵਿਧਾਨ ਦੇ ਵਿੱਚ ਯਕੀਨ ਆ। ਜੇ ਕਿਸੇ ਨੂੰ ਇਸ ਚੀਜ਼ ਤੋਂ ਦਿੱਕਤ ਆ ਤਾਂ ਉਹ ਦਿੱਕਤ ਰਹਿ ਸਕਦੀ ਹੈ, ਕਿਉਂਕਿ ਮੇਰੀ ਆਪਣੀ ਚੁਆਇਸ ਆ। ਗੁਰੂ ਦੇ ਖਾਲਸੇ ਕਦੇ ਕਿਸੇ ਦੀ ਨਾਲ ਮਜ਼ਾਕ ਨਹੀਂ ਕਰਦੇ, ਕਦੇ ਕਿਸੇ ਨੂੰ ਗਲਤ ਨਹੀਂ ਬੋਲਦੇ। ਦੂਜੀ ਗੱਲ ਆ ਕਿ ਜਿਹੜੇ ਇਸ ਚੀਜ਼ ਦਾ ਰੌਲਾ ਪਾਉਂਦੇ, ਇਸ ਚੀਜ਼ ਦੇ ਉੱਤੇ ਮੈਂ ਦੁਬਾਰਾ ਚੰਗੀ ਤਰ੍ਹਾਂ ਗੱਲ ਕਰਾਂਗੀ। ਮੈਂ ਮਾੜੀ ਮੋਟੇ ਜਿਹੇ ਤਰੀਕੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਪਰ ਜਿਹੜੇ ਵੀ ਬਾਰ-ਬਾਰ ਕਮੈਂਟ ਕਰਦੇ ਆ, ਮੈਂ ਇਸ ਚੀਜ਼ ਤੇ ਮੇਰੀ ਤੇ ਨਾ ਆਇਆ ਕਰੋ, ਬਿਕੋਜ਼ ਮੈਂ ਖਾਲਿਸਤਾਨ ਨੂੰ ਸਪੋਰਟ ਨਹੀਂ ਕਰਦੀ ਹੈਗੀ। ਮੈਨੂੰ ਕੋਈ ਅਲੱਗ ਦੇਸ਼ ਨਹੀਂ ਚਾਹੀਦਾ ਹੈਗਾ, ਮੈਨੂੰ ਇਸੇ ਸਿਸਟਮ ਦੇ ਵਿੱਚ ਬਦਲਾਅ ਚਾਹੀਦਾ ਆ। ਮੈਨੂੰ ਆਪਣੇ ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਸਾਰਿਆਂ ਦੇ ਨਾਲ, ਇਨਸਾਨੀ ਆ ਜਿੰਨੇ ਵੀ ਹੈਗੇ ਆ, ਮੈਨੂੰ ਸਾਰਿਆਂ ਦੇ ਵਿੱਚ ਏਕਤਾ ਚਾਹੀਦੀ ਆ। UAPA ਦੇ ਉੱਤੇ ਬੋਲਣ ਦਾ ਕੋਈ ਕਾਰਨ ਮੇਰਾ ਕਿਸੇ ਉਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗਾ। UAPA ਦੇ ਬਾਰੇ ਦੱਸਣ ਦਾ ਪਰਪਸ ਮੇਰਾ ਹੈਗਾ ਹੈ ਕਿ UAPA ਇੱਕੋ ਲਾਅ ਆ ਜਿਹੜਾ ਬਣਿਆ ਸਹੀ ਪਰਪਸ ਲਈ ਆ, ਪਰ ਉਹਦੀ ਦੁਰਵਰਤੋਂ ਬੜੇ ਵਧੀਆ ਤਰੀਕੇ ਨਾਲ ਸਿਸਟਮ ਕਰਦਾ, ਜੋ ਸਿਸਟਮ ਹਮੇਸ਼ਾ ਸਾਡੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦਾ ਆ, ਠੀਕ ਹੈ ਜੀ। ਸੋ ਇਸ ਚੀਜ਼ ਦੇ ਬਾਰੇ ਆਪਾਂ ਜੋ ਇਹਦੇ ਵਿੱਚ ਜਿਹੜੇ ਸੈਕਸ਼ਨਸ ਦੇ ਵਿੱਚ ਕਿਹੜੀਆਂ ਚੀਜ਼ਾਂ ਕਿਵੇਂ ਜਿਹੜੇ ਹੈਗੇ ਆ ਉਹ ਕ੍ਰਾਈਮ ਬਣਦੇ ਨੇ, ਠੀਕ ਹੈ, ਤੇ ਉਹਨਾਂ ਦੇ ਵਿੱਚ ਕਿਵੇਂ ਜਿਹੜੀ ਹੈਗੀ ਆ ਸਜ਼ਾ ਹੁੰਦੀ ਆ, ਜਾਂ ਕਿਹੜੀਆਂ ਚੀਜ਼ਾਂ ਨੇ, ਉਹਨਾਂ ਬਾਰੇ ਆਪਾਂ ਚੰਗੀ ਤਰ੍ਹਾਂ ਡਿਸਕਸ ਕਰਾਂਗੇ। ਸੋ ਅਸੀਂ ਸਾਰੇ ਭੈਣ ਭਾਈ ਆ। ਮੇਰੇ ਲਈ ਜਿੰਨਾ ਇੱਕ ਸਿੱਖ ਪਰਿਵਾਰ ਆ ਉਹਨਾਂ ਹੀ ਸਾਰੇ ਜ਼ਰੂਰੀ ਨੇ। ਬਿਲਕੁਲ ਖਾਲਿਸਤਾਨ ਇੱਕ ਵੱਖਰਾ ਮੁੱਦਾ ਹੋਊਗਾ। ਇਹ UAPA ਐਕਟ ਕੱਲੇ ਸਿੱਖਾਂ ਤੇ ਨਹੀਂ ਲੱਗਦਾ, ਇਹ ਗੱਲ ਸਾਨੂੰ ਮੰਨਣੀ ਪਏਗੀ। UAPA ਬੋਡੋਲੈਂਡ ਦੇ ਲੋਕਾਂ ਤੇ ਵੀ ਲੱਗਿਆ, ਤਾਮਿਲਨਾਡੂ ਦੇ LTT ਵਰਗਿਆਂ ਤੇ ਵੀ ਲੱਗਿਆ, ਠੀਕ ਆ, ਕਸ਼ਮੀਰ ਦੇ ਲੋਕਾਂ ਤੇ ਵੀ ਲੱਗਿਆ, ਤੇਲੰਗਾਨਾ ਦੇ ਲੋਕਾਂ ਤੇ ਵੀ ਲੱਗਿਆ। UAPA ਹਰ ਉਸ ਤੇ ਲੱਗਿਆ, ਜਾਂ ਤਾਂ ਜਿਨ੍ਹਾਂ ਨੇ ਸੱਚੀ ਮੁੱਚੀ ਵੱਖਵਾਦ ਦੀ ਗੱਲ ਕੀਤੀ, ਜੋ ਸੱਚੀ ਮੁੱਚੀ ਟੈਰਰਿਸਟ ਐਕਟੀਵਿਟੀ ਕੀਤੀ, ਜਾਂ ਫਿਰ ਜਿਨ੍ਹਾਂ ਨੇ ਆਮ ਲੋਕਾਂ ਦੇ ਹੱਕ ਦੀ ਗੱਲ ਕੀਤੀ ਤੇ ਉਸ ਆਵਾਜ਼ ਨੂੰ ਦੱਬਣ ਦੀ ਖਾਤਰ ਇਹ ਚੀਜ਼ਾਂ ਲੱਗੀਆਂ। ਸੋ ਆਪਾਂ ਚੰਗੀ ਤਰ੍ਹਾਂ ਇਸ ਚੀਜ਼ ਬਾਰੇ ਡਿਸਕਸ਼ਨ ਕਰਾਂਗੇ। ਮੇਰੇ ਵੀਰ ਭੈਣ, ਜੇ ਕਿਸੇ ਦਾ ਇਸ ਚੀਜ਼ ਨਾਲ ਰਿਲੇਟਡ ਸਵਾਲ ਹੋਵੇ, ਹਾਂ ਕੁਝ ਲੋਕਾਂ ਨੇ ਮੈਨੂੰ ਕਿਹਾ ਸੀਗਾ ਕਿ ਜਿਨ੍ਹਾਂ ਨੇ ਖਾਲਿਸਤਾਨ ਦੇ ਝੰਡੇ ਲਹਿਰਾਏ ਆ ਉਹਨਾਂ ਦੇ ਉੱਤੇ ਉਹ ਲੱਗਿਆ, ਤੇ ਉਸ ਚੀਜ਼ ਬਾਰੇ ਕੀ ਆ। ਹੁਣ ਵੀਰੇ ਇਸ ਚੀਜ਼ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਦੇਖੋ, ਜੋ ਅਕੋਰਡਿੰਗ ਟੂ ਇਹ ਕਿਤਾਬ ਆ ਉਹਦੇ ਵਿੱਚ ਇਹ ਆ ਕਿ ਜੇ ਕੋਈ ਇਨਸਾਨ ਕੋਈ ਗੈਰ ਕਾਨੂੰਨੀ ਘੋਸ਼ਿਤ ਹੋਈ ਸੰਸਥਾ ਦਾ ਮੈਂਬਰ ਰਹਿੰਦਾ ਆ, ਜਾਂ ਉਹਦੇ ਲਈ ਪ੍ਰੋਪੇਗੈਂਡਾ ਕਰਦਾ, ਜਾਂ ਉਹਦੇ ਲਈ ਐਡਵੋਕੇਸੀ ਕਰਦਾ, ਜਾਂ ਉਹਦਾ ਕਿਸੇ ਵੀ ਪੈਸੇ ਦੇ ਕੇ ਜਾਂ ਪੈਸੇ ਲੈ ਕੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹਿੱਸਾ ਪਾਉਂਦਾ ਆ, ਠੀਕ ਹੈ, ਤਾਂ ਉਹ ਇਸ ਕਾਨੂੰਨ ਦੇ ਤਹਿਤ ਗੁਨਾਹਗਾਰ ਆ। ਹੁਣ ਜਿਵੇਂ ਕਿਹਾ ਗਿਆ ਸੀਗਾ ਕਿ ਝੰਡਾ ਲਹਿਰਾ ਦਿਓ, ਇੰਨੇ ਡਾਲਰ ਦਿੱਤੇ ਜਾਣਗੇ, ਮਤਲਬ ਉਸ ਪ੍ਰੋਪੇਗੈਂਡੇ ਦਾ ਹਿੱਸਾ ਬਣੇ। ਉਸ ਪ੍ਰੋਪੇਗੈਂਡੇ ਦਾ ਹਿੱਸਾ ਮੇਰੇ ਹੱਥ ਜੋੜ ਕੇ ਬੇਨਤੀ ਆ, ਉਹ ਜਿਹੜੇ ਬਾਹਰ ਬੈਠੇ ਨੇ, ਉਹਨਾਂ ਨੂੰ ਮੇਰੇ ਤੋਂ ਪ੍ਰੋਬਲਮ ਵੀ ਹੋ ਜਾਂਦੀ ਹੈ ਕਿ ਸਿਮਰਨ ਇਹ ਚੀਜ਼ਾਂ ਬੋਲਦੀ ਆ, ਬਟ ਜਿਹੜੇ ਲੋਕ ਬਾਹਰ ਬੈਠੇ ਨੇ ਨਾ, ਉੱਥੇ ਬੈਠੇ ਨੇ, ਆਪਣੇ ਯੂਥ ਨੇ ਇੱਥੇ ਮਰਨੇ ਆ। ਜੇ ਏਡੇ ਹੀ ਹੈਗੇ ਨੇ ਨਾ ਲੜਨ ਵਾਲੇ, ਫਿਰ ਇੱਥੇ ਆ ਕੇ ਲੜੋ। ਉਹਨਾਂ ਦੇ ਉੱਤੇ ਇਹ ਜੇ ਕੋਈ ਇੰਡੀਆ ਦੀ ਟੈਰੀਟਰੀ ਤੋਂ ਬਾਹਰ ਵੀ ਹੈਗਾ ਆ, ਇੰਡੀਆ ਦੇ ਵਿੱਚ ਨਹੀਂ ਵੀ ਹੈਗਾ, ਇਹ ਕਾਨੂੰਨ ਉਹਨਾਂ ਤੇ ਵੀ ਲਾਗੂ ਹੁੰਦਾ। ਪਰ ਜਦ ਉਹਨਾਂ ਨੇ ਇੰਡੀਆ ਆਉਣਾ ਹੀ ਨਹੀਂ, ਉਹਨਾਂ ਤੇ ਲਾਗੂ ਹੋਇਆ ਨਾ ਲਾਗੂ ਹੋਇਆ ਕੋਈ ਫਰਕ ਨਹੀਂ ਪੈਂਦਾ। ਉਹ ਇਸ ਬੇਸਿਸ ਦੇ ਉੱਤੇ ਆਪਣੇ ਉੱਥੇ ਕਹਿੰਦੇ ਆ ਕਿ ਉਹ ਉੱਥੇ PR ਲੈ ਲੈਂਦੇ ਆ, ਸਾਡੇ ਲੋਕ ਇੱਥੇ ਮਰ ਜਾਂਦੇ। ਸੋ ਮੈਂ ਆਪਣੇ ਯੂਥ ਨੂੰ ਇਹ ਕਹਿਣਾ ਚਾਹੁੰਦੀ ਹਾਂ, ਭਾਵੁਕ ਹੋਣਾ, ਸਹੀ ਚੀਜ਼ ਦੇ ਲਈ ਲੜਨਾ, ਜਿਵੇਂ ਕਿਸਾਨੀ ਘੋਲ ਆ, ਆਪਣੇ ਹੱਕਾਂ ਲਈ ਲੜਨਾ ਚੰਗੀ ਗੱਲ ਆ, ਪਰ ਬਿਨਾਂ ਗੱਲ ਤੋਂ, ਬਿਨਾਂ ਸੋਚੇ ਸਮਝੇ ਕਿਸੇ ਦੀ ਵੀ ਗੱਲ, ਜਿਹੜੇ ਬਾਹਰ ਬੈਠੇ ਨੇ ਤੁਹਾਨੂੰ ਬੋਲ ਦਿੰਦੇ ਆ, ਉਹਨਾਂ ਦੀਆਂ ਗੱਲਾਂ ਦੇ ਵਿੱਚ ਏਦਾਂ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਹੈਗੀ। ਹਾਂ, ਜੇ ਵਾਕਈ ਉਹ ਸਾਡੇ ਲੀਡਰ ਇੱਥੇ ਆ ਕੇ ਲੜੋ, ਹੁਣ ਗਾਲਾਂ ਕੱਢਣ ਵੀ ਆ ਜਾਣਗੇ, ਮੇਰੇ ਲਈ ਬੋਲਣਾ ਵੀ ਸ਼ੁਰੂ ਕਰ ਦੇਣਗੇ, ਪਰ ਪਲੀਜ਼, ਸਾਡੀ ਗੁਰੂ ਨਾਨਕ ਨੇ ਕਿਹਾ ਕਿ
अवल अल्लाह नूर पाया कुदरत के सब बंदे, एक नूर ते सब जग उपजिया कौन भले को मंदे। ठीक आ। सो गुरु साहब ने भी ये चीज़ां फरमाइयां ने। साडे लिए कोई बुरा नहीं, कोई भला नहीं, साडे लिए पहला इंसानियत आ। असी सिस्टम के खिलाफ लड़ना है, असी सिस्टम दे विच होर ही कुरीति के खिलाफ लड़ना। बाकी गल है जिहड़ा सिस्टम है ना, वो चेंज उदों होगा जदों असी अपने आप नूं बदलांगे। जिद्दण असी अपने आप नूं बदल के अपने घर नूं बदलना शुरू कर दांगे, हर 5 साल बाद सानूं वोटां पाउण दा मौका मिलदा आ। सो असी उन्हां चीज़ां दे उत्ते थोड़ा जिहा हैगा आ, जे ध्यान देवांगे असी अपने आप नूं बदलांगे, साडा सिस्टम बदल सकदा। सो जल्दी ही मैं इहदे जिहड़े हैगे आ ना, जरूरी भी है किद्दां जिहड़ी हैगी आ किसी भी एसोसीएशन नूं अनलॉफुल डिकलेयर करदे ने, ਉਹਦਾ ਕੀ ਪ੍ਰੋਸੀਜਰ ਹੁੰਦਾ, ਉਹਨੂੰ ਰਿਵੋਕ ਕਰਨ ਦਾ ਕੀ ਪ੍ਰੋਸੀਜਰ, ਉਹਦੇ ਬਾਰੇ ਗੱਲ ਕਰਾਂਗੇ। ਉਦੋਂ ਨੈਕਸਟ ਸੈਸ਼ਨ ਦੇ ਵਿੱਚ ਅੱਜ ਸਿਰਫ ਇੰਟਰੋਡਕਸ਼ਨ ਦੇਣੀ ਸੀ। ਜਿਹੜਾ ਇਹਦਾ ਸੈਕਸ਼ਨ ਨੰਬਰ 3 ਆ UAPA ਦਾ, ਉਹਦੇ ਅਧੀਨ ਜਿਹੜਾ ਹੈਗਾ ਆ ਕਿਸੇ ਵੀ ਸੰਸਥਾ ਨੂੰ ਜਿਹੜਾ ਹੈਗਾ ਇਹ ਅਨਲੌਫੁਲ ਡਿਕਲੇਅਰ ਕਰ ਦਿੰਦੇ ਆ ਸਰਕਾਰ। ਸੋ ਉਹ ਕਿਵੇਂ ਆ ਉਹਦੇ ਬਾਰੇ ਗੱਲ ਕਰਾਂਗੇ। ਦੈਨ ਉਸ ਤੋਂ ਬਿਨਾਂ ਜਿਹੜੇ ਇਹਦੇ ਵਿੱਚ ਸੈਕਸ਼ਨ 10 ਤੋਂ ਲੈ ਕੇ ਅੱਗੇ ਇਹਦੇ ਸੈਕਸ਼ਨ ਦਿੱਤੇ ਹੋਏ ਆ ਜਿਨ੍ਹਾਂ ਨੂੰ ਆਫੈਂਸ ਦੱਸਿਆ ਕਿ ਇਹਦੇ ਵਿੱਚ ਕਿੰਨੀ ਸਜ਼ਾ ਆ, ਕਿਵੇਂ ਆ, ਉਹਨਾਂ ਚੀਜ਼ਾਂ ਬਾਰੇ ਡਿਸਕਸ ਕਰਾਂਗੇ। ਸੋ ਇਹਨਾਂ ਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਹੈਗਾ, ਕੱਲੀ ਕੱਲੀ ਚੀਜ਼ ਬਾਰੇ ਦੱਸਿਆ ਜਾਊਗਾ ਤਾਂ ਕਿ ਲੋਕ ਗੁੰਮਰਾਹ ਹੋ ਕੇ ਅਸਲ ਅਪਰਾਧੀ ਕੋਈ ਹੋਰ ਹੁੰਦਾ, ਫਸ ਕੋਈ ਹੋਰ ਜਾਂਦਾ, ਸੋ ਚੀਜ਼ਾਂ ਨਾ ਹੋਣ। ਸੋ ਜੇ ਕੁਝ ਗਲਤ ਬੋਲਿਆ ਗਿਆ ਉਹ ਮਾਫ ਕਰਿਓ ਤੇ ਇਸ ਚੀਜ਼ ਨੂੰ ਕਿਸੇ ਵੀ ਉਸ ਚੀਜ਼ ਨਾਲ ਜੋੜ ਕੇ ਨਾ ਦੇਖਿਆ ਜਾਵੇ, ਕਿਉਂਕਿ UAPA ਜੋ ਸਾਡਾ ਹੈਗਾ ਆ ਇਹ ਚੰਗੇ ਮਕਸਦ ਲਈ ਆਇਆ ਸੀਗਾ, ਪਰ ਇਹਦਾ ਮਿਸਯੂਜ਼ ਹੋਣ ਲੱਗ ਗਿਆ ਤੇ ਅਸੀਂ ਜੇ ਸਾਡੇ ਕੋਲ ਜਾਣਕਾਰੀ ਹੋਊਗੀ ਅਸੀਂ ਇਸ ਮਿਸਯੂਜ਼ ਦੇ ਵਿਰੁੱਧ ਸਹੀ ਤਰੀਕੇ ਨਾਲ ਲੜ ਸਕਦੇ ਹਾਂ। ਜਦੋਂ ਜਾਣਕਾਰੀ ਹੁੰਦੀ ਅਸੀਂ ਕਾਨੂੰਨ ਦੀ ਦੁਰਵਰਤੋਂ ਰੋਕ ਸਕਦੇ ਹਾਂ। ਸੋ ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਇਸ ਕਾਨੂੰਨ ਬਾਰੇ ਪਤਾ ਹੋਵੇ ਤਾਂ ਕਿ ਕਿਸੇ ਦੇ ਵਿਰੁੱਧ ਇਸ ਕਾਨੂੰਨ ਦੀ ਦੁਰਵਰਤੋਂ ਨਾ ਹੋਵੇ ਤੇ ਅਫਵਾਹਾਂ ਦੇ ਵਿੱਚ ਅਸੀਂ ਨਾ ਪਈਏ।